न उधर की अफवाह। एक बार फिर तो ਤੁਹਾਡਾ ਸਵਾਗਤ ਹੈ। ਵੱਡੀ ਖਬਰ ਦੇ ਉੱਤੇ ਲਗਾਤਾਰ ਬਣੇ ਹੋਏ ਆ। ਮਲੋਟ ਤੋਂ ਵੱਡੀ ਖਬਰ ਹੈ। ਬੀਜੇਪੀ ਦੇ ਵਿਧਾਇਕ ਦੇ ਨਾਲ ਗੁੰਡਾਗਰਦੀ ਹੋਈ ਹੈ। ਬੀਜੇਪੀ ਦੇ ਵਿਧਾਇਕ ਦੇ ਉੱਤੇ ਹਮਲਾ ਹੋਇਆ ਹੈ। ਬੀਜੇਪੀ ਦੇ ਵਿਧਾਇਕ ਦਾ ਨਾਮ ਹੈ ਅਰੁਣ ਨਾਰੰਗ। ਜੀ ਅਰੁਣ ਨਾਰੰਗ ਦੇ ਨਾਲ ਕੁੱਟਮਾਰ ਹੋਈ ਹੈ ਮਲੋਟ ਦੇ ਵਿੱਚ। ਮਲੋਟ 'ਚ ਪਹੁੰਚਿਆ ਸੀ ਬੀਜੇਪੀ ਦੇ ਵਿਧਾਇਕ ਪ੍ਰੈਸ ਕਾਨਫਰੰਸ ਕਰਨ ਦੇ ਲਈ। ਉੱਥੇ ਕਾਂਗਰਸ ਦੇ 4 ਸਾਲ ਦੇ ਕਾਰਜਕਾਲ ਦੇ ਉੱਤੇ ਵਿਰੋਧੀ ਧਿਰ ਦੇ ਵਜੋਂ ਬੀਜੇਪੀ ਦੇ ਆਗੂ ਬੀਜੇਪੀ ਦੇ ਵਿਧਾਇਕ ਪ੍ਰੈਸ ਕਾਨਫਰੰਸ ਕਰਨਾ ਚਾਹੁੰਦੇ ਸੀ ਤੇ ਉੱਥੇ ਕਿਸਾਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਉਸ ਵਿਰੋਧ ਪ੍ਰਦਰਸ਼ਨ ਦੇ ਵਿਚਾਲੇ ਇਹ ਪੂਰਾ ਮਾਮਲਾ ਉੱਥੇ ਘਟਨਾਕ੍ਰਮ ਹਿੰਸਕ ਹੋ ਗਿਆ ਤੇ ਹਿੰਸਕ ਹੁੰਦਾ ਅਜਿਹਾ ਹੋਇਆ ਕਿ ਵਿਧਾਇਕ ਦੇ ਨਾਲ ਕੁੱਟਮਾਰ ਕਰ ਦਿੱਤੀ ਗਈ। ਵਿਧਾਇਕ ਦੇ ਕੱਪੜੇ ਪਾੜ ਦਿੱਤੇ ਗਏ ਤੇ ਉਸ ਤੋਂ ਬਾਅਦ ਇਹ ਤਸਵੀਰਾਂ ਉੱਥੇ ਜਿਹੜੀ ਵੀਡੀਓ ਸਾਹਮਣੇ ਆਈਆਂ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਹ ਬਹੁਤ ਕਲੀਅਰ ਹੈ ਕਿ ਜਿਸ ਤਰੀਕੇ ਨਾਲ ਇਹ ਕੁੱਟਮਾਰ ਹੋਈ ਜਾਇਜ਼ ਤਾਂ ਇਸ ਨੂੰ ਨਹੀਂ ਕਿਹਾ ਜਾ ਸਕਦਾ। ਇੱਕ ਪਾਸੇ ਬੀਜੇਪੀ ਸਵਾਲ ਚੁੱਕ ਰਹੀ ਹੈ ਤੇ ਦੂਜੇ ਪਾਸੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਬੀਜੇਪੀ ਦੀਆਂ ਉਹ ਵੀ ਇਸ ਪੂਰੇ ਮਾਮਲੇ ਦੇ ਉੱਤੇ ਇਸ ਦੀ ਨਿੰਦਿਆ ਕਰ ਰਹੀਆਂ ਨੇ। ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਵੀ ਸਾਡੇ ਨਾਲ ਉਹਨਾਂ ਦੇ ਨੁਮਾਇੰਦੇ ਵੀ ਕਿਸਾਨਾਂ ਦੇ ਜੁੜੇ ਉਹਨਾਂ ਨੇ ਵੀ ਇੱਕ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਕਿਹਾ ਕਿ ਇਸ ਦੀ ਨਿੰਦਿਆ ਹੋਣੀ ਚਾਹੀਦੀ ਹੈ। ਇਹ ਠੀਕ ਨਹੀਂ ਹੈ। ਲੋਕਤੰਤਰ ਦੇ ਵਿੱਚ ਸਾਨੂੰ ਅਧਿਕਾਰ ਹੈ ਆਪਣੀ ਗੱਲ ਰੱਖਣ ਦਾ। ਸਾਨੂੰ ਅਧਿਕਾਰ ਹੈ ਕਿ ਅਸੀਂ ਵਿਰੋਧ ਕਰੀਏ ਪ੍ਰਦਰਸ਼ਨ ਕਰੀਏ ਪਰ ਕੁੱਟਮਾਰ ਤਾਂ ਨਹੀਂ ਕੀਤੀ ਜਾ ਸਕਦੀ। ਕਿਸੇ ਨਾਲ ਹਿੰਸਕ ਇਸ ਤਰੀਕੇ ਨਾਲ ਤਾਂ ਨਹੀਂ ਹੋਇਆ ਜਾ ਸਕਦਾ। ਪ੍ਰਦਰਸ਼ਨਕਾਰੀਆਂ ਨੇ ਕੱਪੜੇ ਵੀ ਪਾੜ ਦਿੱਤੇ ਬੀਜੇਪੀ ਵਿਧਾਇਕ ਦੇ ਤੇ ਉੱਥੋਂ ਪੁਲਿਸ ਨੂੰ ਉਹਨਾਂ ਨੂੰ ਬਚਾਉਣਾ ਪਿਆ। ਬਹੁਤ ਮੁਸ਼ਕਿਲ ਦੇ ਨਾਲ ਪੁਲਿਸ ਉਹਨਾਂ ਨੂੰ ਕੱਢ ਕੇ ਪਹਿਲਾਂ ਇੱਕ ਦੁਕਾਨ ਦੇ ਵਿੱਚ ਲੈ ਕੇ ਗਈ। ਪੂਰਾ ਘਟਨਾਕ੍ਰਮ ਕੀ ਹੈ ਮੈਂ ਇੱਕ ਵਾਰ ਤੁਹਾਨੂੰ ਤਫਸੀਲ ਦੇ ਨਾਲ ਪੂਰਾ ਸੀਕੁਐਂਸ ਸਮਝਾਉਣਾ ਹੈ ਕਿ ਆਖਿਰ ਪੂਰਾ ਘਟਨਾਕ੍ਰਮ ਹੋਇਆ ਕੀ ਹੈ। ਇਹ ਪੂਰਾ ਘਟਨਾਕ੍ਰਮ ਤਕਰੀਬਨ 3:30 ਵਜੇ ਦਾ ਦੱਸਿਆ ਜਾ ਰਿਹਾ ਹੈ। ਅਸੀਂ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕਰੀਬ 3:30 ਵਜੇ ਪੂਰਾ ਘਟਨਾਕ੍ਰਮ ਉੱਥੇ ਵਾਪਰਿਆ ਮਲੋਟ ਦੇ ਵਿੱਚ ਜਿੱਥੇ ਬੀਜੇਪੀ ਦੇ ਵਿਧਾਇਕ ਪਹੁੰਚੇ ਸੀ ਪ੍ਰੈਸ ਕਾਨਫਰੰਸ ਕਰਨ ਦੇ ਲਈ। ਤਾਂ ਉੱਥੇ ਜਦੋਂ ਪਹੁੰਚਣੇ ਸੀ ਉਸ ਤੋਂ ਪਹਿਲਾਂ ਹੀ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ। ਉਹ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਨੇ ਤੇ ਦੇਖਦੇ ਹੀ ਦੇਖਦੇ ਪੂਰਾ ਮਾਮਲਾ ਹਿੰਸਕ ਹੋ ਗਿਆ। ਹਿੰਸਕ ਇਸ ਕਦਰ ਹੋਇਆ ਕਿ ਬੀਜੇਪੀ ਦੇ ਵਿਧਾਇਕ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ। ਕੁੱਟਮਾਰ ਕੀਤੀ ਗਈ ਕੱਪੜੇ ਤੱਕ ਪਾੜ ਦਿੱਤੇ ਗਏ। ਕਰੀਬ 15-20 ਮਿੰਟ ਤੱਕ ਇਹ ਪੂਰੀ ਕੁੱਟਮਾਰ ਹੁੰਦੀ ਰਹੀ। ਜੋ ਬੀਜੇਪੀ ਦੇ ਵਿਧਾਇਕ ਖੁਦ ਇਸ ਸ਼ਬਦ ਦੱਸ ਕੇ ਗਏ ਨੇ ਖੁਦ ਆਪਣਾ ਬਿਆਨ ਦੇ ਕੇ ਗਏ ਨੇ ਨਿਊਜ਼ 18 ਦੇ ਨਾਲ ਗੱਲਬਾਤ ਦੇ ਦੌਰਾਨ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ 15 ਤੋਂ 20 ਮਿੰਟ ਲੱਗੇ ਪੁਲਿਸ ਨੂੰ ਉਸ ਭੀੜ ਦੇ ਵਿੱਚੋਂ ਮੈਨੂੰ ਬਚਾਉਣ ਦੇ ਲਈ। 15 ਤੋਂ 20 ਮਿੰਟ ਤੱਕ ਕੁੱਟਮਾਰ ਹੁੰਦੀ ਰਹੀ। 15 ਤੋਂ 20 ਮਿੰਟ ਤੱਕ ਧੱਕਾ ਮੁੱਕੀ ਹੁੰਦੀ ਰਹੀ। 15 ਤੋਂ 20 ਮਿੰਟ ਤੱਕ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਬਦਸਲੂਕੀ ਹੁੰਦੀ ਰਹੀ। ਕੱਪੜੇ ਪਾੜ ਦਿੱਤੇ ਗਏ ਕੱਪੜੇ ਵੀ ਪੂਰੇ ਸਰੀਰ ਦੇ ਪਾੜ ਦਿੱਤੇ ਗਏ ਤੇ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਪੁਲਿਸ ਦੇ ਉੱਥੇ ਕਿਉਂਕਿ ਪਹਿਲਾਂ ਹੀ ਮੌਜੂਦ ਸੀ ਲੋਕ। ਹਾਲਾਂਕਿ ਵਿਧਾਇਕ ਕਹਿੰਦੇ ਨੇ ਕਿ ਪੁਲਿਸ ਦੇ ਮੁਲਾਜ਼ਮ ਇੰਨੇ ਨਹੀਂ ਸੀ ਕਿਉਂਕਿ ਪ੍ਰਦਰਸ਼ਨਕਾਰੀ ਜ਼ਿਆਦਾ ਸੀ। 250-300 ਦੇ ਕਰੀਬ ਉਹ ਜ਼ਿਕਰ ਕਰਕੇ ਗਏ ਕਿ ਉੱਥੇ 250-300 ਦੇ ਕਰੀਬ ਲੋਕ ਸੀ ਜਿਨ੍ਹਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਪੁਲਿਸ ਵਾਲੇ ਉਹਨਾਂ ਨੂੰ ਕੱਢ ਕੇ ਉੱਥੋਂ ਲੈ ਕੇ ਜਾਂਦੇ ਨੇ ਪਰ ਫੌਰੀ ਤੌਰ ਦੇ ਉੱਤੇ ਇੱਕ ਦੁਕਾਨ 'ਚ ਲੈ ਗਏ। ਦੁਕਾਨ ਦੇ ਅੰਦਰ ਉਹਨਾਂ ਨੂੰ ਲਿਜਾਇਆ ਗਿਆ ਤੇ ਫਿਰ ਪੁਲਿਸ ਨੇ ਬਾਹਰੋਂ ਸ਼ਟਰ ਡਾਊਨ ਕਰ ਦਿੱਤਾ ਦੁਕਾਨ ਦਾ ਤਾਂ ਕਿ ਵਿਧਾਇਕ ਤੱਕ ਕੋਈ ਹੋਰ ਸ਼ਖਸ ਨਾ ਪਹੁੰਚ ਸਕੇ। ਉਸ ਤੋਂ ਬਾਅਦ ਬਾਹਰ ਵਾਲੀ ਭੀੜ ਨੂੰ ਕੰਟਰੋਲ ਕੀਤਾ ਗਿਆ। ਤਕਰੀਬਨ 15-20 ਮਿੰਟ ਅੱਧਾ ਘੰਟਾ ਉਸ ਦੁਕਾਨ ਦੇ ਵਿੱਚ ਇੱਕ ਤਰੀਕੇ ਨਾਲ ਬੰਦ ਰਹੇ ਬੀਜੇਪੀ ਦੇ ਵਿਧਾਇਕ ਤੇ ਉੱਥੋਂ ਨਿਕਲ ਕੇ ਫਿਰ ਬਾਅਦ ਦੇ ਵਿੱਚ ਪੁਲਿਸ ਨੇ ਜਦੋਂ ਦੇਖਿਆ ਕਿ ਸਥਿਤੀ ਕੰਟਰੋਲ ਦੇ ਵਿੱਚ ਹੈ ਤਾਂ ਫਟਾਫਟ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਉੱਥੋਂ ਰਵਾਨਾ ਕਰ ਦਿੱਤਾ ਗਿਆ। ਇਹ ਪੂਰਾ ਘਟਨਾਕ੍ਰਮ ਵਾਪਰਿਆ। ਕਰੀਬ 20 ਮਿੰਟ ਤੱਕ ਕੁੱਟਮਾਰ ਜਿਹੜੀ ਹੁੰਦੀ ਰਹੀ ਹੈ ਧੱਕਾ ਮੁੱਕੀ ਹੁੰਦੀ ਰਹੀ ਵਿਧਾਇਕ ਦੇ ਨਾਲ ਤੇ ਉਸ ਤੋਂ ਬਾਅਦ ਬੀਜੇਪੀ ਹੁਣ ਸੂਬਾ ਸਰਕਾਰ ਦੇ ਉੱਤੇ ਹਮਲਾਵਰ ਹੈ। ਕੈਪਟਨ ਸਰਕਾਰ ਨੂੰ ਘੇਰਿਆ ਜਾ ਰਿਹਾ। ਇੱਥੋਂ ਤੱਕ ਕਿ ਬੀਜੇਪੀ ਦੇ ਨੁਮਾਇੰਦੇ ਤਾਂ ਮੁੱਖ ਮੰਤਰੀ ਦਾ ਅਸਤੀਫਾ ਮੰਗ ਰਹੇ ਹਨ। ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਬੀਜੇਪੀ ਦੇ ਲੀਡਰ ਤਰੁਣ ਚੁੱਗ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕੀ ਕੁਝ ਕਿਹਾ ਪਹਿਲਾਂ ਉਹ ਸੁਣਵਾਉਂਦੇ ਹਾਂ। क्या कैप्टन अमरिंदर सिंह दी 4 साल दी वादा खिलाफी दा हिसाब मंगना अपराध है? किसानी दा बाना पाके यूथ कांग्रेस दे लोग जिस तरह अज उन्होंने हमला किया है दुखद है। तुसी पंजाब दा माहौल खराब कर रहे हो। कैप्टन साहब तुहाडे को पंजाब समेटिया नहीं जा रहा ना महामारी च समेटिया जा रहा ना लॉ एंड ऑर्डर च समेटिया जा रहा। ऐसे च कैप्टन अमरिंदर सिंह नूं तुरंत रिजाइन करना चाहिए। अज की घटना लोकतंत्र की सबनों मंदभागी घटना है जिहदे अंदर सरकार कोलों और विधायक प्रेस करन जा रहा है उस विधायक ते हमला किया जाता है। पुलिस मूक दर्शक बनी रही और एक कपड़े पाड़ दिते जाते। एक घटना नाल तुसी भारतीय जनता पार्टी की आवाज रोक नहीं सकोगे। ਤਾਂ ਸਰਕਾਰ ਜ਼ਿੰਮੇਵਾਰ ਹੈ ਕਿਹਾ ਜਾ ਰਿਹਾ। ਬੀਜੇਪੀ ਦੇ ਆਗੂਆਂ ਦੇ ਵੱਲੋਂ ਮੁੱਖ ਮੰਤਰੀ ਦਾ ਅਸਤੀਫਾ ਤੱਕ ਮੰਗ ਲਿਆ ਗਿਆ। ਇਹ ਘਟਨਾਕ੍ਰਮ ਸਾਹਮਣੇ ਆਇਆ। ਬੀਜੇਪੀ ਦੇ ਵਿਧਾਇਕ ਦੇ ਨਾਲ ਕੁੱਟਮਾਰ ਹੋਈ ਹੈ ਉਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਕੁੱਟਮਾਰ ਕਿਸ ਤਰੀਕੇ ਦੇ ਨਾਲ ਕੀਤੀ ਗਈ ਹੈ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ। ਅਸੀਂ ਗੱਲ ਬੀਜੇਪੀ ਦੇ ਵਿਧਾਇਕ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ
ਵੱਖ-ਵੱਖ ਪਾਰਟੀਆਂ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਚਾਹੇ ਬੀਜੇਪੀ ਦੇ ਨੁਮਾਇੰਦੇ ਹੋਣ ਜਾਂ ਫਿਰ ਅਕਾਲੀ ਦਲ ਦੇ ਜਾਂ ਫਿਰ ਕਾਂਗਰਸ ਦੇ, ਆਮ ਆਦਮੀ ਪਾਰਟੀ ਦੇ, ਸਾਰੀਆਂ ਪਾਰਟੀਆਂ ਇਸ ਪੂਰੇ ਘਟਨਾਕ੍ਰਮ ਦਾ ਵਿਰੋਧ ਤਾਂ ਸਿੱਧੇ ਤੌਰ ਦੇ ਉੱਤੇ ਕਰ ਰਹੀਆਂ ਨੇ ਕਿ ਜੀ ਹਾਂ, ਇਸ ਤਰੀਕੇ ਦੇ ਨਾਲ ਇਹ ਘਟਨਾਕ੍ਰਮ ਨਹੀਂ ਹੋਣਾ ਚਾਹੀਦਾ ਸੀ, ਕਾਨੂੰਨ ਹੱਥ ਦੇ ਵਿੱਚ ਲੈਣ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ। ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਕਲੀਅਰ ਸ਼ਬਦਾਂ ਦੇ ਵਿੱਚ ਇਸ ਪੂਰੇ ਘਟਨਾਕ੍ਰਮ ਤੋਂ ਕਿਨਾਰਾ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸਾਡੇ ਨਾਲ ਜੁੜੇ ਤੇ ਉਹਨਾਂ ਨੇ ਵੀ ਕਲੀਅਰ ਕੀਤਾ ਕਿ ਬਿਲਕੁਲ ਅਸੀਂ ਇਸ ਦੀ ਨਿੰਦਿਆ ਕਰਦੇ ਹਾਂ ਤੇ ਇਹ ਕਿਸਾਨ ਤਾਂ ਨਹੀਂ ਹੋ ਸਕਦੇ। ਕਾਂਗਰਸ ਦੇ ਜਿਹੜੇ ਆਗੂ ਸਾਡੇ ਨਾਲ ਜੁੜੇ ਸੀ ਉਹ ਵੀ ਇਹੀ ਜ਼ਿਕਰ ਕਰਦੇ ਨਜ਼ਰ ਆਏ ਸੀ। ਤਾਂ ਸਰਕਾਰ ਜ਼ਿੰਮੇਵਾਰ ਹੈ, ਸੀਐਮ ਅਸਤੀਫਾ ਦੇਣ, ਬੀਜੇਪੀ ਹੁਣ ਮੰਗ ਕਰ ਰਹੀ ਹੈ। ਦੇਖਣਾ ਹੋਵੇਗਾ ਕਿ ਪੁਲਿਸ ਇਸ ਪੂਰੇ ਮਾਮਲੇ 'ਚ ਕੀ ਐਕਸ਼ਨ ਲੈਂਦੀ ਹੈ, ਜਿਹੜੇ ਲੋਕਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਉੱਤੇ ਕੀ ਐਕਸ਼ਨ ਹੁੰਦਾ ਹੈ ਤੇ ਕਿਸਾਨ ਪ੍ਰਦਰਸ਼ਨ ਉੱਥੇ ਕਰ ਰਹੇ ਸੀ। ਇਹ ਬਹੁਤ ਕਲੀਅਰ ਹੈ। ਮੈਂ ਇੱਕ ਵਾਰ ਫਿਰ ਤੋਂ ਪੂਰਾ ਘਟਨਾਕ੍ਰਮ ਤੁਹਾਨੂੰ ਸਮਝਾ ਦਵਾਂ, ਦੱਸ ਦਵਾਂ ਕਿ ਕਿਸਾਨਾਂ ਦੇ ਵੱਲੋਂ ਉੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿੱਥੇ ਬੀਜੇਪੀ ਦੇ ਵਿਧਾਇਕ ਪ੍ਰੈਸ ਕਾਨਫਰੰਸ ਕਰਨ ਦੇ ਲਈ ਪਹੁੰਚੇ ਸਨ। ਮਾਮਲਾ ਉੱਥੇ ਵਿਗੜਿਆ ਤੇ ਇਹ ਵਿਗੜਦਾ ਹੋਇਆ ਹਿੰਸਕ ਰੂਪ ਧਾਰਨ ਕਰ ਗਿਆ। ਕੁੱਟਮਾਰ ਹੋਈ ਹੈ, ਵਿਧਾਇਕ ਦੇ ਨਾਲ ਉਹਨਾਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ। ਇੱਕ ਦੁਕਾਨ ਦੇ ਵਿੱਚ ਵੜ ਕੇ ਵਿਧਾਇਕ ਨੇ ਆਪਣੀ ਜਾਨ ਬਚਾਈ। ਉਸ ਤੋਂ ਬਾਅਦ ਉੱਥੋਂ ਰਵਾਨਾ ਹੋ ਗਏ। ਪੁਲਿਸ ਉਹਨਾਂ ਨੂੰ ਉੱਥੋਂ ਕੱਢਣ ਦੇ ਵਿੱਚ ਕਾਮਯਾਬ ਰਹੀ, ਉੱਥੋਂ ਰਵਾਨਾ ਹੋ ਗਏ। ਉੱਥੋਂ ਰਵਾਨਾ ਹੋਣ ਤੋਂ ਬਾਅਦ ਵੀ ਅਸੀਂ ਗੱਲਬਾਤ ਕੀਤੀ ਅਰੁਣ ਨਾਰੰਗ ਦੇ ਨਾਲ। ਅਗਲੇ ਕੁਝ ਸਮੇਂ ਦੇ ਵਿੱਚ ਤੁਹਾਨੂੰ ਅਗਲੇ ਕੁਝ ਪਲਾਂ ਦੇ ਵਿੱਚ ਅਰੁਣ ਨਾਰੰਗ ਕੀ ਕੁਝ ਬੋਲਦੇ ਨਜ਼ਰ ਆਏ ਨੇ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ, ਉਹ ਵੀ ਤੁਹਾਨੂੰ ਸੁਣਾਵਾਂਗੇ ਜਿਹੜੀ ਸਾਡੇ ਨਾਲ ਗੱਲਬਾਤ ਹੋਈ ਸੀ। ਮੈਂ ਕੋਸ਼ਿਸ਼ ਕਰਾਂਗਾ ਇੱਕ ਵਾਰ ਫਿਰ ਤੋਂ ਤੁਹਾਡੇ ਤੱਕ ਉਹਨਾਂ ਦੀ ਪੂਰੀ ਗੱਲਬਾਤ ਪਹੁੰਚਾ ਸਕਾਂ। ਤੇ ਦੂਜੇ ਪਾਸੇ ਜਿਹੜੀ ਪੁਲਿਸ ਪ੍ਰਸ਼ਾਸਨ ਇਸ ਪੂਰੇ ਮਾਮਲੇ 'ਚ ਕੀ ਐਕਸ਼ਨ ਲੈਂਦਾ ਉਸ ਦਾ ਹੀ ਇੰਤਜ਼ਾਰ ਹੈ ਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਕੀ ਕਿਹਾ ਜਾਂਦਾ ਹੈ, ਕਿ ਇਸ ਪੂਰੇ ਮਾਮਲੇ 'ਚ ਕੋਈ ਐਕਸ਼ਨ ਹੁੰਦਾ ਹੈ। ਨਿਊਜ਼ 18 ਦੇ ਸਵਾਲ ਜ਼ਰੂਰ ਨੇ ਕਿ ਅਜਿਹੇ ਹਾਲਾਤ ਕਿਵੇਂ ਬਣ ਗਏ, ਕੌਣ ਇਸ ਦਾ ਜ਼ਿੰਮੇਵਾਰ ਹੈ, ਕਿ ਇਸ ਤਰ੍ਹਾਂ ਦੀ ਕੁੱਟਮਾਰ ਅੰਦੋਲਨ ਨੂੰ ਕਮਜ਼ੋਰ ਕਰੇਗੀ, ਕਿ ਵਾਕਈ ਜਿਹੜਾ ਕਿਸਾਨਾਂ ਦਾ ਅੰਦੋਲਨ ਸੀ ਉਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਤਾਂ ਨਹੀਂ ਹੈ, ਕਿ ਵਾਕਈ ਇਹ ਸਿਰਫ ਇੱਕ ਹਮਲੇ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਕਿ ਬੀਜੇਪੀ ਦੇ ਵਿਧਾਇਕ ਦੇ ਉੱਤੇ ਕਿਸਾਨਾਂ ਦੇ ਵਿਰੋਧ ਵਿਚਾਲੇ ਹਮਲਾ ਹੋ ਗਿਆ, ਉਹਨਾਂ ਦੇ ਨਾਲ ਕੁੱਟਮਾਰ ਹੋ ਗਈ, ਕੱਪੜੇ ਪਾੜ ਦਿੱਤੇ ਗਏ, ਜਾਂ ਫਿਰ ਇਸ ਦੇ ਪਿੱਛੇ ਵੀ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ ਕਿ ਕਿਸ ਤਰੀਕੇ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਢਾਹ ਲਗਾਈ ਜਾਵੇ। ਕਿਉਂਕਿ ਇਹ ਬਹੁਤ ਕਲੀਅਰ ਹੈ, ਪਿਛਲੇ ਕੁਝ ਸਮੇਂ ਦੇਖੋ ਕਿਸਾਨਾਂ ਦਾ ਅੰਦੋਲਨ ਕਿੰਨਾ ਸ਼ਾਂਤਪੂਰਨ ਤਰੀਕੇ ਨਾਲ ਅੱਗੇ ਵਧਿਆ ਹੈ। ਗੁੱਸਾ ਹੋ ਸਕਦਾ ਹੈ, ਗੁੱਸਾ ਨਜ਼ਰ ਵੀ ਆਇਆ ਵੱਖ-ਵੱਖ ਥਾਵਾਂ ਦੇ ਉੱਤੇ, ਪਰ ਉਹ ਨਾਅਰੇਬਾਜ਼ੀਆਂ ਦੇ ਜ਼ਰੀਏ ਜਾਂ ਫਿਰ ਹੋਰ ਤਰੀਕੇ ਦੇ ਨਾਲ, ਪਰ ਇਹ ਇਸ ਤਰੀਕੇ ਨਾਲ ਤਾਂ ਨਹੀਂ ਹੋ ਸਕਦਾ ਕਿ ਆਪਾਂ ਕਿਸ ਦੀ ਕੁੱਟਮਾਰ ਕਰ ਦਈਏ ਜਾਂ ਕਿਸੇ ਦੇ ਉੱਤੇ ਹੱਥ ਚੁੱਕਣਾ ਸ਼ੁਰੂ ਕਰ ਦਈਏ। ਖੈਰ ਬਹੁਤ ਸਾਰੇ ਸਵਾਲ ਜ਼ਰੂਰ ਨੇ, ਪਰ ਇਸ ਵਿਚਾਲੇ ਸਵਾਲ ਹੁਣ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਵੀ ਹੋਵੇਗਾ ਕਿ ਨਾ ਸਿਰਫ ਉਹਨਾਂ ਨੂੰ ਅੱਗੇ ਦੀ ਰੂਪਰੇਖਾ ਤਿਆਰ ਕਰਨੀ ਹੈ, ਬਲਕਿ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਉਹਨਾਂ ਦੇ ਨਾਲ ਲੋਕ ਜੁੜ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਕੰਟਰੋਲ ਕੀਤਾ ਜਾਵੇ ਜਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਸਮਝਾਇਆ ਜਾਵੇ ਕਿ ਸ਼ਾਂਤਮਈ ਰਹਿਣਾ ਹੀ ਹੋਵੇਗਾ ਇਸ ਧਰਨੇ ਪ੍ਰਦਰਸ਼ਨ ਦੇ ਵਿਚਾਲੇ। ਤੇ ਇਹ ਸਾਰੇ ਸਵਾਲ ਨੇ ਜੋ ਅਸੀਂ ਵੀ ਚੁੱਕ ਰਹੇ ਹਾਂ ਤੇ ਇਹਨਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਕਿਸਾਨ ਪ੍ਰਦਰਸ਼ਨ ਕਰ ਰਹੇ ਸੀ ਕਿ ਹੁਣ ਬੀਜੇਪੀ ਸਵਾਲ ਚੁੱਕ ਰਹੀ ਹੈ ਸੂਬਾ ਸਰਕਾਰ ਦੇ ਉੱਤੇ। ਮੈਂ ਇੱਕ ਵਾਰ ਫਿਰ ਤੋਂ ਜਾਣਾ ਹੈ, ਸਰੀਨ ਸਾਹਿਬ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ, ਅਨਿਲ ਸਰੀਨ ਜੀ ਬੀਜੇਪੀ ਦੇ ਸੀਨੀਅਰ ਲੀਡਰ ਨੇ। ਸਰੀਨ ਜੀ, ਇੱਕ ਰਿਐਕਸ਼ਨ ਤੁਹਾਡਾ ਮੈਂ ਇਸ ਦੇ ਉੱਤੇ ਹੀ ਚਾਹੁੰਦਾ ਕਿ ਉਮੀਦ ਕੀਤੀ ਜਾਵੇ ਕਿ ਅਜਿਹੇ ਘਟਨਾਕ੍ਰਮਾਂ ਦਾ ਗੱਲਬਾਤ ਜੇਕਰ ਆਉਣ ਵਾਲੇ ਦਿਨਾਂ 'ਚ ਹੋਵੇਗੀ ਉਸ ਤੇ ਕੋਈ ਅਸਰ ਨਹੀਂ ਹੋਏਗਾ। ਆਲਰੇਡੀ 2 ਮਹੀਨੇ ਤਾਂ ਡੈਡਲੌਕ ਹੋ ਰੱਖਿਆ ਹੈ ਕਿ ਗੱਲਬਾਤ ਅੱਗੇ ਨਹੀਂ ਵਧ ਰਹੀ, ਤੇ ਇਸ ਵਿਚਾਲੇ ਅਜਿਹੇ ਘਟਨਾਕ੍ਰਮ ਕਿਵੇਂ ਦੇਖਦੇ ਹੋ ਇਸ ਪੂਰੇ ਘਟਨਾਕ੍ਰਮ ਨੂੰ, ਜੇਕਰ ਮੈਂ ਗੱਲਬਾਤ ਸ਼ੁਰੂ ਹੋਣ ਦੇ ਕਿਆਸਾਂ ਦੇ ਉੱਤੇ ਇਸ ਨੂੰ ਲਿਜਾ ਕੇ ਦੇਖਾਂ? ਗੌਰਵ ਜੀ, ਜੋ ਅੱਜ ਹੋਇਆ ਇਸ ਤੋਂ ਭਾਗਾ ਹਿੰਦੁਸਤਾਨ ਨਹੀਂ ਹੋ ਸਕਦਾ ਔਰ ਪੰਜਾਬ 'ਚ ਖਾ ਸਕਦਾ। ਮੈਂ ਇਹ ਟੋਟਲ ਫੇਲਿਅਰ ਆਫ ਲਾਅ ਐਂਡ ਆਰਡਰ ਹੈ ਔਰ ਜੇ ਸਰਕਾਰ ਚਾਵੇ ਤੇ ਪੱਤਾ ਨਹੀਂ ਹਿਲ ਸਕਦਾ। ਇਸ ਤਰ੍ਹਾਂ ਦੀ ਘਟਨਾ ਦੱਸਦੀ ਹੈ ਕਿ ਸਰਕਾਰ ਕਿੰਨੀ ਕੁ ਜਿਹੜੀ ਹੈਗੀ ਹੈ ਸੁਚੇਤ ਹੈ ਔਰ ਕਿੰਨਾ ਕੁ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਚਾਹੁੰਦੀ ਹੈ। ਮੇਰੀ ਗੌਰਵ ਜੀ ਗੱਲ ਇਹ ਹੈ ਕਿ ਜਿੱਥੇ ਤੱਕ ਤੁਸੀਂ ਗੱਲਬਾਤ ਦੀ ਗੱਲ ਕਰ ਰਹੇ ਹੋ, ਗੱਲਬਾਤ ਵਾਸਤੇ ਕੇਂਦਰ ਸਰਕਾਰ ਤੇ ਤਿਆਰ ਖੜ ਬੈਠੀ ਹੈ। ਹੁਣ ਤੇ ਵਿਸ਼ੇ ਤੇ ਜਿਹੜਾ ਹੈਗਾ ਵੈ ਉਹ ਕਿਸਾਨ ਭਰਾਵਾਂ ਨੇ ਅੱਗੇ ਪੁੱਟ ਅਪ ਕਰਨਾ ਹੈ। ਸਰਕਾਰ ਨੇ ਦੱਸਿਆ ਕਿ 1.5 ਸਾਲ ਲਈ ਉਹਨੂੰ ਪ੍ਰਪੋਜ਼ਲ ਉਹਨਾਂ ਦਿੱਤੀ ਹੋਈ ਹੈ। ਹੁਣ ਇਹ ਵਿਸ਼ੇ ਤੇ ਕਿਸਾਨਾਂ ਨੇ ਤੈਅ ਕਰਨਾ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਕੇਂਦਰ ਦੀ ਸਰਕਾਰ ਗੱਲਬਾਤ ਵਾਸਤੇ ਹਮੇਸ਼ਾ ਤਿਆਰ ਹੈ। ਇਹ ਸਵੇਰੇ ਚਾਹਣਗੇ, ਸਵੇਰੇ ਗੱਲਬਾਤ ਵਾਸਤੇ ਮੰਤਰੀ ਤਿਆਰ ਨੇ ਜੀ। ਸਰੀਨ ਸਾਹਿਬ, ਇੱਕ ਆਖਰੀ ਰਿਐਕਸ਼ਨ ਤੁਹਾਡਾ
मैं यही जानना चाह रहा कि कांग्रेस कहती कि नहीं होना चाहिए, ਅਸੀਂ ਨਿੰਦਿਆ ਕਰਦੇ ਹਾਂ। ਕਾਂਗਰਸ ਕਹਿ ਰਹੀ ਹੈ ਕਿ ਪਰਚਾ ਦਰਜ ਹੋਣਾ ਚਾਹੀਦਾ ਜਾਂ ਕਾਰਵਾਈ ਹੋਣੀ ਚਾਹੀਦੀ ਹੈ, ਹੋਏਗੀ ਵੀ, ਜਿਹੜੇ ਲੋਕਾਂ ਦੇ ਵੱਲੋਂ ਇਹ ਪੂਰਾ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ। ਤੁਹਾਨੂੰ ਹੁਣ ਵੀ ਲੱਗਦਾ ਹੈ ਕਿ ਕਾਂਗਰਸ ਦੇ ਉੱਤੇ ਸਵਾਲ ਚੁੱਕੇ ਜਾਣ? ਲਾਅ ਐਂਡ ਆਰਡਰ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੈ, ਕੋਈ ਇਸ ਦੇ ਵਿੱਚ ਦੋ ਰਾਏ ਨਹੀਂ। ਗੌਰਵ ਜੀ ਮੈਨੂੰ ਇੱਕ ਚੀਜ਼ ਦੱਸ ਦਿਓ, ਜਿਸ ਵੇਲੇ ਇਹ ਘਟਨਾ ਘਟੀ ਹੈ ਉੱਥੇ ਪੁਲਿਸ ਫੋਰਸ ਸੀਗੀ, ਤੁਸੀਂ ਵੀ ਕਿਹਾ, ਮੈਂ ਵੀ ਆਪਾਂ ਕੈਮਰੇ 'ਚ ਵੀ ਦੇਖਿਆ, ਪੁਲਿਸ ਫੋਰਸ ਸੀਗੀ। ਜਿਨ੍ਹਾਂ ਬੰਦਿਆਂ ਨੇ ਉੱਥੇ ਇਹ ਸਾਰਾ ਕੁਝ ਕੀਤਾ, ਕੀ ਹੁਣ ਤੱਕ ਪੁਲਿਸ ਨੇ ਉਹਨਾਂ ਤੇ ਕੋਈ ਐਕਸ਼ਨ ਕੀਤਾ? ਕਿਹਦੇ ਹੁਕਮਾਂ ਦੀ ਵੇਟ ਕਰਦੇ ਪਈ ਹੈ ਪੁਲਿਸ ਉੱਥੇ ਦੀ? ਮੇਰਾ ਸਿੱਧਾ ਪ੍ਰਸ਼ਨ ਹੈ। ਠੀਕ ਹੈ ਸਰ, ਚਲੋ ਬਣੇ ਰਹੋ, ਇੱਕ ਸੈਕਿੰਡ ਸਰ, ਸਾਡੇ ਨਾਲ ਬਣੇ ਰਹੋ। ਸਾਡੇ ਨਾਲ ਰਾਜਕੁਮਾਰ ਵੇਰਕਾ ਜੀ ਜੁੜ ਰਹੇ ਨੇ, ਕਾਂਗਰਸ ਦੇ ਵਿਧਾਇਕ ਨੇ। ਵੇਰਕਾ ਸਾਹਿਬ ਸਵਾਗਤ ਹੈ। ਦੇਖੋ ਜੋ ਘਟਨਾਕ੍ਰਮ ਹੋਇਆ ਹੈ ਮਲੋਟ ਦੇ ਵਿੱਚ, ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਉਸ ਦੇ ਉੱਤੇ, ਕਿ ਘਟਨਾਕ੍ਰਮ ਨੂੰ ਦੇਖ ਰਹੇ ਹੋ? ਕਿਉਂਕਿ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸੀ ਤੇ ਇਸ ਵਿਚਾਲੇ ਬੀਜੇਪੀ ਦੇ ਵਿਧਾਇਕ ਪਹੁੰਚਦੇ ਨੇ ਤੇ ਜ਼ਬਰਦਸਤ ਕੁੱਟਮਾਰ। देखो मैं समझना कि देखो डेमोक्रेसी दे विच किसी भी व्यक्ति नूं कानून अपने हाथ च लैण दा कोई अधिकार नहीं है। और जिहड़ी अरुण नारंग के ऊपर हमला होया है, कांग्रेस पार्टी ओदी निखेधी करती है। और दूसरी गल मैं होर कह देना चाहना है कि जिन्ना भी लोगों ने कानून नूं हत्थ विच लिया है और उन्हां दे खिलाफ कानून अनुसार कार्रवाई भी होनी चाहिए है और ये होएगी भी। चौथी गल मैं ये कहना चाहना है कि सानू ये हालात पैदा क्यों हो रहे हैं, ये कारणों के पीछे भी जाना पेगा। कि 4 महीनों तो किसान सड़कों से रोल रहे हैं और बीजेपी वाले उन्होंने मजाक कर रहे हैं, उन्होंने इस हद तक लैके आ गए है कि उन्हों की परवाह करनी छड़ दी है इन्होंने। और ये हुण किसान दे कोल की रस्ता बचेगा जी? किसान हिंसक जेकर हो रहा है तो उहदे पिछे बीजेपी नूं अपनी जिम्मेवारी तो भी नहीं भजना चाहिए। ये कारण ये नहीं कि कारण मलोट च होई, एक घटना हरियाणे च भी हो सकती है, घटना पंजाब च भी हो सकती है, घटना किते भी हो सकती, दिल्ली च भी हो सकती। लेकिन ये मैं गल कह रहा है कि बीजेपी दे लोकां नूं, बीजेपी दी केंद्र दी सरकार नूं ਇਹਦੇ ਵਾਸਤੇ ਬਹੁਤ ਸੀਰੀਅਸ ਹੋ ਕੇ ਸੋਚਣਾ ਪਏਗਾ ਕਿ ਕਿਤੇ ਦੇਸ਼ ਦੇ ਹਾਲਾਤ ਨੂੰ ਖਰਾਬ ਕਰਨ ਤੁਰ ਪਏ ਆਪਾਂ, ਕਿ ਇਹਦੇ ਨਾਲ ਦੇਸ਼ ਦੀ ਡੈਮੋਕ੍ਰੇਸੀ ਦਾ ਜਿਹੜਾ ਸ਼ਬਦ ਅਸੀਂ ਬੋਲਦੇ ਆ ਕਿ ਅਸੀਂ ਡੈਮੋਕ੍ਰੇਸੀ ਦਾ ਖੁਦ ਹੀ ਘਾਣ ਤੇ ਨਹੀਂ ਕਿਤੇ ਕਰ ਰਹੇ। ਤੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਅਸੀਂ ਇਹ ਘਟਨਾ ਦੀ ਨਿਖੇਧੀ ਕਰਦੇ ਹਾਂ, ਉੱਥੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਬੀਜੇਪੀ ਜਿਹੜੀ ਹੈ ਆਪਣੇ ਹੰਕਾਰ ਤੋਂ ਬਾਹਰ ਆਵੇ और बीजेपी किसानों दी समस्यावां नूं गल्लां नूं समझे ते उन्हां दा हल भी करे। नहीं तो लगता है कि गुस्सा है लोगों का, इस करके घटनाक्रम वापरिया? कोई शक है ही नहीं गौरव देखो गल पता की है, तुहाडे मेरे अखां बंद करने नाल कुछ होना नहीं। सच सामने है बई, सच ये है कि किसानों नूं प्रवोक किया जा रहा है, खालिस्तानी कह के, नक्सलवादी कह के, आतंकवादी कह के, कभी कह रहे हैं कि किसी पार्टी दे पिट्ठू है, कभी कोई पार्टी दे पिट्ठू है। असल च किसान आ ते किसानां नूं इस हद तक जलील किया गया कि उन्हां नूं अपनी नस्लां ते अपनी फसलां दा फिकर सता रहा है, इसलिए वो हिंसक हुंदे जा रहे हैं। जी वेरका साहब साडे नाल बने रहो। सरीन साहब साडे नाल ने बीजेपी तो। सरीन साहब, वेरका साहब दीयां गल्लां दा निचोड़ इह है कि जो आपां बीजांगे वो वड्डांगे। वेरका साहब यही कहना चाह रहे हैं कि उसका ही नतीजा है। मैं वेरका जी ਨੂੰ ਇੱਕ ਚੀਜ਼ ਪੁੱਛਣਾ ਚਾਹਨਾ, ਜਦੋਂ ਤੁਹਾਡੇ ਸੰਸਦ ਬਿੱਟੂ ਨੇ ਇਹਨਾਂ ਨੂੰ ਖਾਲਿਸਤਾਨੀ ਕਿਹਾ ਸੀਗਾ, ਉਦੋਂ ਤੁਸੀਂ ਕਿੱਥੇ ਸੀਗੇ? ਬਿੱਟੂ ਨੇ ਕਿਹੜੇ ਸ਼ਬਦ ਇਹਨਾਂ ਵਾਸਤੇ ਨਹੀਂ ਇਸਤੇਮਾਲ ਕੀਤੇ ਜਦੋਂ ਉਹਨੂੰ ਘੇਰਿਆ ਗਿਆ ਸੀਗਾ? ਜੀ ਉਹ ਕਾਂਗਰਸ ਭੁੱਲ ਗਈ ਹੈ। वेरका जी बिट्टू ने किसानों को खालिस्तानी किया, ਤੁਸੀਂ ਇਹ ਕਹਿ ਰਹੇ ਹੋ? ਬਿਲਕੁਲ ਕਿਹਾ ਬਿੱਟੂ ਨੇ, ਟੇਪ ਤੁਹਾਡੇ ਚੈਨਲ ਤੇ ਚੱਲੀ ਹੈ। ਮੈਨੂੰ वेरका साहब ਮੈਨੂੰ ਲੱਗਦਾ ਹੈ ਕਿ ਬੀਜੇਪੀ ਦੇ ਦਿਮਾਗ ਦਾ ਦਿਵਾਲੀਆ ਨਾ ਪਿੱਟ ਗਿਆ। ਇਹ ਜਾਣਬੁੱਝ ਕੇ ਆਪਣੀ ਜ਼ਿੰਮੇਵਾਰੀ ਕਿਸੇ ਦੇ ਮੋਢੇ 'ਤੇ ਛੁੱਟ ਕੇ ਕੀ ਇਹਦੇ ਨਾਲ ਤੁਸੀਂ ਕੀ ਆਪਣੀ ਜ਼ਿੰਮੇਵਾਰੀ ਸੰਸਦ ਦਾ ਜਵਾਬ ਦਿਓ ਨਾ वेरका जी। ਬਿੱਟੂ ਨੇ ਕਿਹਾ ਜਾਂ ਨਹੀਂ ਕਿਹਾ? ਜਾਓਗੇ ਆਪਣੀ ਜ਼ਿੰਮੇਵਾਰੀ ਨੂੰ ਕਿਉਂ ਨਹੀਂ ਸਮਝ ਪਾ ਰਹੇ? नहीं तुसी अपनी जिम्मेवारी समझे पे हो, सरकार की जिम्मेवारी नहीं लॉ एंड ऑर्डर मेंटेन करना। भाई ऐसे तो कह रहे हैं कि एफो जी घटना हो गई क्या है सरीन साहब, मैं तो ये गल कही कि मैं पहले शब्दां 'ਚ ये गल कही है कि किसी ने भी कानून अपने हाथ 'ਚ ਲੈਣ ਦੀ इजाजत नहीं है। ये भी मैं क्या है कि ਜਿਹੜੇ भी कोई जिम्मेवार व्यक्ति होंगे उन्होंने खिलाफ भी कार्रवाई होगी। तीसरे शब्दां ਦੇ ਵਿੱਚ मैं क्या
ਵੀ ਇਹਦੇ ਕਾਰਨਾਂ ਨੂੰ ਵੀ ਜਾਣਨਾ ਸਮਾਜ ਲਈ ਬਹੁਤ ਜ਼ਰੂਰੀ ਹੈ ਕਿ ਇਹ ਹਾਲਾਤ ਪੈਦਾ ਕਿਉਂ ਹੋ ਰਹੇ। ਇਹ ਵੀ ਕੋਈ ਬੁਰੀ ਗੱਲ ਨਹੀਂ। ਮੈਂ ਤੁਹਾਡੀ ਇਹ ਗੱਲ ਬੁਰੀ ਨਹੀਂ ਕਹਿ ਰਿਹਾ। ਤੁਸੀਂ ਜਿਹੜਾ ਇਹ ਸ਼ਬਦ ਕਿਹਾ, ਮੈਂ ਇਹ ਕਹਿ ਰਿਹਾ ਕਿ ਜਦੋਂ ਬਿੱਟੂ ਨੇ ਇਹ ਸ਼ਬਦ ਇਹਨਾਂ ਵਾਸਤੇ ਇਸਤੇਮਾਲ ਕੀਤੇ ਸੀ, ਜਿਹੜੇ ਸ਼ਬਦਾਂ ਦਾ ਇਸਤੇਮਾਲ ਖਾਲਿਸਤਾਨੀ ਔਰ ਫਾਸਿਸਟ ਜਿਹੜੇ ਸ਼ਬਦ ਇਸਤੇਮਾਲ ਕੀਤੇ, ਜੋ ਬਿੱਟੂ ਨੇ ਇਸਤੇਮਾਲ ਕੀਤੇ ਸੀ, ਉਦੋਂ ਤੁਸੀਂ ਕਿਉਂ ਨਹੀਂ ਬੋਲੇ? ਕਿਉਂਕਿ ਤੁਹਾਡੇ ਐਮਪੀ ਬੋਲੇ ਤੇ ਉਹ ਠੀਕ ਹੈ। ਜੇ ਸਾਡਾ ਕਿਸੇ ਕਾਰਜਕਰਤਾ ਨੇ ਐਸੇ ਸ਼ਬਦ, ਮੈਂ ਇਸ ਨੂੰ ਨਾ ਭਾਰਤੀ ਜਨਤਾ ਪ੍ਰੂਵ ਕਰਦੀ ਹੈ। ਕਿਸਾਨ ਜਿੱਦਾਂ ਕਿਸਾਨਾਂ ਦਾ ਸਵਾਲ ਹੈ, ਉਹ ਕਿਸਾਨਾਂ ਦਾ ਸਵਾਲ ਇਹ ਸਿਰਫ ਇੰਨਾ ਹੈ ਜਿਹੜਾ ਸ਼ਰਾਰਤੀ ਜਸਰ ਉਹਦੀ ਆੜ ਦੇ ਵਿੱਚ ਕਾਂਡ ਕਰਦਾ ਹੈ। ਸਾਹਿਬ ਇਹਨਾਂ ਨੇ ਕਿਹਾ, ਉਹਨਾਂ ਨੇ ਕਿਹਾ, ਪਰ ਦੇਖੋ ਇਸ ਸਮੇਂ ਜੋ ਵੇਰਕਾ ਜੀ ਨੇ ਗੱਲ ਕਹੀ ਸੀ ਨਾ ਕਿ ਆਪਾਂ ਅੱਖਾਂ ਬੰਦ ਕਰ ਲਈਏ ਤਾਂ ਉਸ ਦੇ ਨਾਲ ਜਿਹੜਾ ਅਹਿਮ ਚੀਜ਼ ਹੈ ਜਾਂ ਸੱਚ ਹੈ ਉਹ ਬਦਲਣ ਵਾਲਾ ਨਹੀਂ। ਤੁਹਾਨੂੰ ਲੱਗਦਾ ਨਹੀਂ ਕਿ ਇਹ ਲੋਕਾਂ ਦਾ ਗੁੱਸਾ ਹੈ ਤੇ ਗੁੱਸੇ ਦਾ ਇੱਕ ਪਾਰਟ ਅਜਿਹਾ ਵੀ ਹੈ ਕਿ ਕਈਆਂ ਨੂੰ ਜ਼ਿਆਦਾ ਗੁੱਸਾ ਚੜ ਗਿਆ ਤੇ ਇਸ ਤਰੀਕੇ ਦੀ ਗੱਲ ਹੋ ਗਈ, ਇਸ ਤਰੀਕੇ ਦਾ ਘਟਨਾਕ੍ਰਮ ਹੋ ਗਿਆ। ਗਲਤ ਹਰ ਕੋਈ ਕਹਿ ਰਿਹਾ ਕਿ ਨਹੀਂ ਹੋਣਾ ਚਾਹੀਦਾ, ਹੱਥ ਤੱਕ ਇਸ ਦੇ ਉੱਤੇ ਚੱਕਣ ਦਾ ਕੋਈ ਮਤਲਬ ਹੀ ਨਹੀਂ ਬਣਦਾ, ਪਰ ਫਿਰ ਵੀ ਸਮਝਣਾ ਹੋਏਗਾ ਨਾ ਕਿ ਲੋਕ ਮਜਬੂਰ ਕਿਉਂ ਹੋ ਗਏ। ਨਹੀਂ ਗੌਰਵ ਜੀ, ਲੋਕੀ ਮਜਬੂਰ ਨਹੀਂ ਹੋਏ। ਇਹ ਸ਼ਰਾਰਤੀ ਅੰਸਰ ਜਿਹੜਾ ਕਿਸਾਨੀ ਦੇ ਬੇਸ ਦੇ ਵਿੱਚ ਇਹੋ ਜਿਹੇ ਵਾਰਦਾਤਾਂ ਕਰ ਰਿਹਾ ਹੈ ਔਰ ਸਰਕਾਰ ਉਸ ਨੂੰ ਰੋਕਣ ਚ ਨਾਕਾਮਯਾਬ ਰਹੀ ਹੈ। ਸਵਾਲ ਉਹਦਾ ਹੈ ਕਿ ਸਾਡੇ ਕਿਸਾਨ ਅਮਨ ਪਸੰਦ ਨਾਲ ਉੱਥੇ ਧਰਨਾ ਦੇ ਰਹੇ ਨੇ, ਕੋਈ ਐਸੀ ਗੱਲ ਨਹੀਂ। ਵੇਰਕਾ ਸਾਹਿਬ, ਇੱਕ ਆਖਰੀ ਰਿਐਕਸ਼ਨ ਤੁਹਾਡਾ, ਇਹ ਕਿਤੇ ਕਿਸਾਨਾਂ ਦੇ ਨਾਮ ਦੇ ਉੱਤੇ ਜਿਹੜੇ ਗੁੰਡਾਗਰਦੀ ਅੰਸਰ ਨੇ ਉਹ ਬਚ ਤਾਂ ਨਹੀਂ ਜਾਣਗੇ? ਕਿਉਂਕਿ ਪਰਚਾ ਦਰਜ ਹੁੰਦਾ ਉਸ ਤੋਂ ਬਾਅਦ ਨਾਲ ਦੀ ਨਾਲ ਆਵਾਜ਼ਾਂ ਉੱਠਣ ਲੱਗ ਜਾਂਦੀ ਹੈ ਕਿ ਨਹੀਂ ਨਹੀਂ ਇਹਨਾਂ ਦੇ ਉੱਪਰ ਪਰਚਾ ਨਹੀਂ ਦਰਜ ਹੋਣਾ ਚਾਹੀਦਾ। ਬਚਾਉਣ ਵਾਸਤੇ ਗੌਰਵ ਮੈਂ ਇਹ ਗੱਲ ਕਹਿ ਰਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਗੁੰਡਾਗਰਦੀ ਜਿਨ੍ਹਾਂ ਨੇ ਕੀਤੀ ਉਹ ਬਚਦੇ ਨਹੀਂ ਜਾਣਗੇ, ਲੇਕਿਨ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਸ਼ਰੀਫ ਨੂੰ ਗੁੰਡਾ ਕਿਉਂ ਬਣਾ ਰਹੇ ਹੋ? ਸ਼ਰੀਫ ਕਿਸਾਨ ਨੂੰ ਮਜਬੂਰ ਕਿਉਂ ਕਰ ਰਹੇ ਹੋ ਕਿ ਗੁੰਡਾ ਬਣੇ? ਉਹਨੂੰ ਸ਼ਰੀਫ ਰਹਿਣ ਦਿਓ, ਉਹਨੂੰ ਇੱਜ਼ਤਦਾਰ ਰਹਿਣ ਦਿਓ। ਕਿਸਾਨ ਨੂੰ ਅਲੱਗ-ਅਲੱਗ ਨਾਵਾਂ ਦੇ ਉੱਪਰ ਤੇ ਅਲੱਗ-ਅਲੱਗ ਇਲਜ਼ਾਮਾਂ ਦੇ ਨਾਲ ਨਾ ਪੁਕਾਰੋ। ਇਹ ਗੱਲ ਤੁਹਾਡੇ ਖਿਲਾਫ ਵੇਰਕਾ ਜੀ, ਤੁਸੀਂ ਪੁਕਾਰ ਰਹੇ ਹੋ, ਤੁਹਾਡਾ ਐਮਪੀ ਪੁਕਾਰਦਾ ਹੈ, ਤੁਹਾਡਾ ਐਮਪੀ ਪੁਕਾਰਦਾ ਹੈ। ਚਲੋ ਭਾਈ ਉਹਨੂੰ ਛੱਡ ਦਿਓ ਨਾ, ਤੁਸੀਂ ਫਿਰ ਕਰੇ ਲਾ ਲਓ ਉਹਨਾਂ ਨੂੰ। ਉਹਨੂੰ ਕਿਉਂ ਛੱਡੋ? ਤੁਸੀਂ ਕਿਸਾਨਾਂ ਨੂੰ ਛੱਡ ਦਿਓ। ਨਹੀਂ ਉਹਨੂੰ ਬਿੱਟੂ ਨੂੰ ਛੱਡ ਦਿਓ। ਕੋਈ ਤੁਹਾਡਾ ਐਮਪੀ ਹੈ, ਉਹਨੇ ਖਾਲਿਸਤਾਨੀ ਕਹਿਤੇ, ਉਦੋਂ ਤੁਸੀਂ ਛੱਡ ਦਿਓ। ਦੂਜੇ ਨੇ ਤੁਸੀਂ ਐਲੀਗੇਸ਼ਨ ਲਾਉਂਦੇ ਹੋ। ਚਲੋ ਠੀਕ ਹੈ, ਸਿਆਣੇ ਬੰਦੇ ਹੋ ਯਾਰ, ਤੁਸੀਂ ਸਿਆਣੇ ਬੰਦੇ ਹੋ। ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਵਾਂ, ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ, ਤੁਸੀਂ ਬਹੁਤ ਸਿਆਣੇ ਹੋ। ਇੰਨੀ ਹਿੰਮਤ ਰੱਖੋ ਕਹਿਣ ਦੀ ਕਿ ਬਿੱਟੂ ਨੇ ਗਲਤ ਕੀਤਾ ਸੀਗਾ। ਬਿੱਟੂ ਨੇ ਗਲਤ ਕਿਹਾ ਸੀ। ਠੀਕ ਹੈ ਸਰੀਨ ਸਾਹਿਬ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਵੇਰਕਾ ਸਾਹਿਬ, ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਇਹ ਵੱਡਾ ਘਟਨਾਕ੍ਰਮ ਮਲੂਕ ਦੇ ਵਿੱਚ ਵਾਪਰਿਆ ਜਿੱਥੇ ਵਿਧਾਇਕ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਕੱਪੜੇ ਤੱਕ ਪਾੜ ਦਿੱਤੇ ਗਏ। ਬੀਜੇਪੀ ਦੇ ਵਿਧਾਇਕ ਨੇ ਅਰੁਣ ਨਾਰੰਗ, ਹਾਲਾਂਕਿ ਉੱਥੋਂ ਨਿਕਲ ਚੁੱਕੇ ਨੇ ਤੇ ਇਸ ਸਮੇਂ ਉਹ ਆਪਣੇ ਵਾਪਸ ਅਬੋਹਰ ਦੇ ਵਾਲੇ ਪਾਸੇ ਜਾ ਰਹੇ ਨੇ, ਜੋ ਉਹਨਾਂ ਦੇ ਵੱਲੋਂ ਥੋੜੀ ਦੇਰ ਪਹਿਲਾਂ ਸਾਨੂੰ ਜਾਣਕਾਰੀ ਦਿੱਤੀ ਗਈ ਸੀ। ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ।